समझ न आवे। गुर बिन सुरत न सिद्ध, गुरु बिन मुक्त न पावै। सतनाम वाहिगुरु साहिब जी। राग आसा महला पंजवा। घर तेरवा एक ओंकार। सत गुर प्रसाद। सतगुर बचन तुम्हारे। निर्गुण निस्तारे। सतगुर बचन तुम्हारे। निर्गुण निस्तारे। रहाओ महाबिखादी दुष्ट अपवादी। ते पुनीत संघारे। जन्म पवंते नरक पड़ंते। तिनके कुल उधारे। कोई ना जाने कोई ना माने। से प्रगट हार द्वारे। कवन उपमा देयो कवन वडाई। नानक खिन खिन वारे। कवन उपमा देयो कवन वडाई। नानक खिन खिन वारे। वाहिगुरु जी का खालसा वाहिगुरु जी की फतेह। परम सन्मानयोग जुगो जुगो वटल साहिब सतगुरु धन धन गुरु ग्रंथ साहिब जी महाराज तिन्हां दी पावन पवित्र हजूरी अंदर जुड़ बैठ के गुरबाणी दे हर जस श्रवण कर रहे गुरु सवारे सत्संगी जनों, आप जी भागा वाले हो जो साहिबां ने अपनी बख्शिश रहमत कृपा करके सतगुरां दी गोद अंदर बैठने का सुभाग समा बख्शे है। आप जी गुरु घर दे कीर्तनियां पासों आसा की वार दे मनोहर कीर्तन श्रवण कर रहे सी। उपरंत आसा राग अंदर शहीदां दे सिरताए सतगुरु गुरु अर्जन साहिब महाराज तिन्हां दी रसना तो उचारण किए हुए पावन बचन जो गुरु ग्रंथ साहिब महाराज जी के पावन अंग 406 सुभायमान हैं, आप जी ने श्रवण किए। शब्द के आरंभ के अंदर सतगुरु जी ने उस परमात्मा के बारे जो अपने विचार हैं बयान किए हैं। एक ओंकार सत गुर प्रसाद कि आकार एक है, वो सदा लिए सलामत है, हमेशा रहने वाला है, सच्चा है, तो गुरु की कृपा नाल मिलता है। साहिब जी कृपा करने कहने लगे सतगुर बचन तुम्हारे। निर्गुण निस्तारे। हे सतगुरु जी ਜਿਹੜੇ ਤੁਹਾਡੇ ਬਚਨ ਹਨ, ਤੁਹਾਡੇ ਉਪਦੇਸ਼ ਹਨ, ਤੁਹਾਡਾ ਸ਼ਬਦ ਹੈ, ਇਹ ਬਾਣੀ ਹੈ, ਸਿੱਖਿਆ ਹੈ, ਨਿਰਗੁਣ ਨਿਸਤਾਰੇ, ਜਿਸ ਵਿੱਚ ਕੋਈ ਵੀ ਗੁਣ ਨਹੀਂ, ਕੋਈ ਔਗਣ ਹਾਰਾ ਹੋਵੇ, ਜਿਸ ਵਿੱਚ ਕੋਈ ਗੁਣ ਨਾ ਹੋਵੇ। ਪਰ ਕਹਿਣਗੇ ਜੇ ਤੁਹਾਡੇ ਬਚਨਾਂ ਅਨੁਸਾਰ ਤੁਰਨਾ ਸ਼ੁਰੂ ਕਰ ਦੇ तो वह भी इस भवजल सागर तो पार हो सकता है। वह भी बुराइयां तो अवगुणों तो माड़े कामों तो बच सकता है।
ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ 3 ਪੁਰਬ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਵੀ ਪਹਿਲਾ ਪ੍ਰਕਾਸ਼ ਪੁਰਬ ਵੀ ਉਹ ਦਿਹਾੜਾ ਵੀ ਜਿਸ ਦਿਨ ਪਹਿਲਾਂ ਪ੍ਰਕਾਸ਼ ਕੀਤਾ ਗਿਆ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਕਾਸ਼ ਕਰਵਾਇਆ ਤੇ ਪਹਿਲੇ ਗ੍ਰੰਥੀ ਰੱਖੇ ਨੇ ਬਾਬਾ ਬੁੱਢਾ ਜੀ। 1604 ਵਿੱਚ ਪਹਿਲਾ ਪ੍ਰਕਾਸ਼ ਕੀਤਾ ਗਿਆ। ਦੂਜਾ ਅਸੀਂ ਦਿਹਾੜਾ ਬਣਾਉਂਦੇ ਹਾਂ ਸੰਪੂਰਨਤਾ ਦਿਵਸ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪੂਰਨਤਾ ਦਿਵਸ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਤੋਂ ਦਮਦਮਾ ਸਾਹਿਬ ਕਿ ਜਿੱਥੇ ਅੱਜ ਗੁਰਦੁਆਰਾ ਸਾਹਿਬ ਲਿਖਣਸਰ ਹੈ, ਇੱਥੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਹੈ 1706 ਦੇ ਵਿੱਚ। ਤੇ ਤੀਜਾ ਪੁਰਬ ਬਣਾਉਂਦੇ ਹਾਂ ਅਸੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਜੋ 1708 ਵਿੱਚ ਨਾਂਦੇੜ ਮਹਾਰਾਸ਼ਟਰ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਉਹ ਸੁਣਾਉਣ ਲੱਗੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕੀਤੀ, ਗੁਰਗੱਦੀ ਬਖਸ਼ੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਆਪਣੇ ਪ੍ਰਚਾਰਕ ਦੌਰੇ ਆਰੰਭ ਕਰਦੇ ਹਨ, ਆਪਣੇ ਘਰ ਦੇ ਸੁੱਖ ਆਰਾਮ ਤਿਆਗੇ ਇਸ ਲੋਕਾਈ ਦੇ ਸੰਸਾਰ ਦੇ ਭਲੇ ਦੀ ਖਾਤਰ, ਤੇ ਗੁਰੂ ਸਾਹਿਬ ਮਹਾਰਾਜ ਜਿੱਥੇ ਵੀ ਜਾਂਦੇ ਨੇ ਜਦੋਂ ਵੀ ਕਿਤੇ ਉਸ ਪ੍ਰਮਾਤਮਾ ਨੂੰ ਇਕਮਿਕ ਹੋ ਕੇ ਬਾਣੀ ਉਚਾਰਦੇ ਹਨ ਤੇ ਉਸ ਵੇਲੇ ਉਹ ਬਾਣੀ ਆਪਣੇ ਇੱਕ ਪੋਥੀ ਰੱਖੀ ਹੋਈ ਪੋਥੀ ਵਿੱਚ ਲਿਖੇ ਜਾਂਦੇ ਨੇ। ਤੇ ਸਾਹਿਬੇਗਾ ਲਿਖਦੇ ਵੀ ਨੇ ਕਿ ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ, ਜਾਂ ਜੈਸੇ में ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾਲੋ। ਜੇ ਗੁਰੂ ਸਾਹਿਬ ਬਾਬਰ ਨੂੰ ਮਿਲਦੇ ਹਨ ਤੇ ਉਸ ਦੇ ਹਾਲਾਤ ਵੀ ਗੁਰੂ ਸਾਹਿਬ ਨੇ ਪੁੱਥ 'ਚ ਲਿਖੇ ਨੇ ਬਾਣੀ ਦੇ ਰੂਪ ਵਿੱਚ। 4 ਸ਼ਬਦ ਹਨ ਜਿਸ ਨੂੰ ਅਸੀਂ ਆਮ ਤੌਰ 'ਤੇ ਕਹਿੰਦੇ ਬਾਬਰ ਬਾਣੀ ਹੈ। ਹੁਣ ਬਾਬਰ ਬਾਣੀ ਦਾ ਭਾਵ ਇਹ ਨਹੀਂ ਕਿ ਬਾਬਰ ਨੇ ਲਿਖੀ ਹੋਈ ਹੈ, ਬਲਕਿ ਬਾਬਰ ਦੇ ਉਸ ਸਮੇਂ ਦੇ ਹਾਲਾਤ ਜਿਸ ਬਾਰੇ ਇੱਕ ਸ਼ਬਦ ਹੈ ਕਿ ਜੈਸੇ में ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੀ ਲਾ ਲੋ। ਦੂਜਾ ਸ਼ਬਦ ਹੈ ਕਿ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸਦੂਰ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਕਹਾਂ ਸੋ ਖੇਲ ਤਬੇਲਾ ਘੋੜੇ। ਇਹ ਸ਼ਬਦ ਜਿਹੜੇ ਨੇ ਇਹ 4 ਸ਼ਬਦ ਨੇ। ਜਾਂ ਗੁਰੂ ਸਾਹਿਬ ਕਿਤੇ ਭਗਤ ਸਾਹਿਬਾਨ ਨੂੰ ਮਿਲਦੇ ਨੇ ਜਾਂ ਉਹਨਾਂ ਦੇ ਮੰਨਹਾਰਿਆਂ ਨੂੰ ਉਹਨਾਂ ਦੇ ਥਾਂ ਤੇ ਜਿਹੜੇ ਗੱਦੀ ਤੇ ਬੈਠੇ ਨੂੰ ਮਿਲਦੇ ਹਨ, ਜਿਹੜੀ ਬਾਣੀ ਉਹਨਾਂ ਤੋਂ ਪ੍ਰਾਪਤ ਕਰਦੇ ਹਨ, ਭਾਵੇਂ ਭਗਤ ਕਬੀਰ ਜੀ ਦੀ ਬਾਣੀ ਹੈ, ਭਗਤ ਰਵਿਦਾਸ ਜੀ ਦੀ ਹੈ, ਜਾਂ ਬਾਬਾ ਫਰੀਦ ਜੀ ਦੀ ਬਾਣੀ ਹੈ, ਭਗਤ ਨਾਮਦੇਵ ਜੀ ਦੀ ਹੈ, ਭਗਤ ਸਦਰਾਂ ਜੀ, ਪੀਪਾ ਜੀ, ਆ 15 ਭਗਤ ਦੀ ਜਿਹੜੀ ਬਾਣੀ ਹੈ, ਇਹ ਸਾਰੀ ਬਾਣੀ ਸਾਹਿਬ ਆਪਣੇ ਪੋਥੀ 'ਚ ਲਿਖਦੇ ਤੇ ਆਪਣੇ ਪ੍ਰਚਾਰ ਦੌਰਿਆਂ ਵਿੱਚ ਜਦੋਂ ਗੁਰੂ ਸਾਹਿਬ ਕਿਸੇ ਨਾਲ ਵਿਚਾਰ ਕਰਦੇ ਹਨ ਤੇ ਉਹ ਸ਼ਬਦ ਜਿਹੜੇ ਨੇ ਉਹ ਪੜ੍ਹ ਕੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਨੇ। ਜਾਂ ਕਈ ਵਾਰ ਐਸੇ ਹਾਲਾਤ ਨੇ ਵੀ ਗੁਰੂ ਸਾਹਿਬ ਕਿਤੇ ਜਿਵੇਂ ਸੱਜਣ ਠੱਗ ਨੂੰ ਮਿਲਦੇ ਨੇ। ਹੁਣ ਅੱਜ ਵੀ ਅਸੀਂ ਨੂੰ ਸੱਜਣ ਠੱਗ ਕਹਿੰਦੇ, ਪਰ ਠੱਗ ਰਿਹਾ ਨਹੀਂ। ਗੁਰੂ ਦਾ ਇੱਕ ਹੀ ਸ਼ਬਦ ਸੁਣਿਆ, ਉਹ ਔਗਣਹਾਰਾ ਜਿਹੜਾ ਸੀ ਉਹ ਗੁਣਵਾਨ ਬਣ ਗਿਆ। ਗੁਰੂ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ, ਉੱਥੇ ਉਜਲ ਕਹਿਆ ਕਿਲ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰਾ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੈ ਖੜੇ ਦਿਸਣ। ਵੇਖੋ ਸਾਧ ਸੰਗਤ ਦੇ ਸ਼ਬਦ ਅੱਜ ਵੀ ਸਾਡੇ ਕੋਲ ਮੌਜੂਦ ਨੇ, ਪਰ ਅੱਜ ਕਿੰਨੇ ਕੁ ਲੋਕ ਇਹ ਸ਼ਬਦ ਪੜ੍ਹ ਕੇ ਆਪਣੀ ਜ਼ਿੰਦਗੀ 'ਚੋਂ ਔਗਣ ਤਿਆਗ ਕੇ ਚੋਰੀਆਂ ਕਰਨੀਆਂ, ਠਗੀਆਂ, ਬੇਈਮਾਨੀ, ਧੋਖਾ ਫਰੇਬ ਛੱਡ ਗਏ ਨੇ। ਇੱਕ ਸ਼ਬਦ ਸੁਣਿਆ ਸੱਜਣ ਠੱਗ ਨੇ, ਕੋਈ ਗੁਰੂ ਸਾਹਿਬ ਬਹੁਤਾ ਸਮਾਂ ਨਹੀਂ ਰਿਹਾ ਉਹਦੇ ਕੋਲ, 2-4 ਦਿਨ ਰਹੇ ਨੇ, ਪਰ ਉਹ ਅਸਲ ਮਾਇਨੇ ਵਿੱਚ ਸੱਜਣ ਬਣ ਗਿਆ ਸੀ। ਜਿਹਨਾਂ ਹੱਥਾਂ ਨਾਲ ਪਰਾਇਆ ਹੱਕ ਮਾਰਦਾ ਸੀ, ਜਿਹਨਾਂ ਹੱਥਾਂ ਨਾਲ ਲੋਕਾਂ ਨੂੰ ਮਾਰਦਾ ਸੀ, ਕਤਲ ਕਰਦਾ ਸੀ, ਉਹਨਾਂ ਹੱਥਾਂ ਨਾਲ ਸੇਵਾ ਕਰਨ। ਇਹਨਾਂ ਬਚਨਾਂ ਨੇ ਉਹਦਾ ਜੀਵਨ ਬਦਲ ਦਿੱਤਾ। ਇੱਕ ਸ਼ਬਦ ਸੁਣਿਆ। ਤੇ ਜੇਕਰ ਗੁਰੂ ਸਾਹਿਬ ਉੱਚ ਦੇ ਪਿੰਡ ਪੁੱਜੇ ਹਨ, ਇੱਥੇ ਝਗੜਾ ਚੱਲ ਰਿਹਾ ਸੀ
ਝਗੜਾ ਇਹ ਸੀ ਕਿ ਜਿਹੜੇ ਉੱਚ ਦੇ ਲੋਕ ਸਨ ਉਹ ਆਪਣੇ ਮੁਰਦਿਆਂ ਨੂੰ, ਜਿਹੜਾ ਕੋਈ ਬੰਦਾ ਮਰਦਾ ਸੀ ਉਹਨੂੰ ਸਾੜਦੇ ਸਨ। ਆਪਣੇ ਨੂੰ ਮੁਸਲਮਾਨ ਵੀ ਕਹਿੰਦੇ ਸਨ, ਪਰ ਦੂਜੇ ਜਿਹੜੇ ਦੂਜੇ ਸੀ ਉਹ ਕਹਿੰਦੇ ਤੁਸੀਂ ਮੁਸਲਮਾਨ, ਤੁਸੀਂ ਕਾਫਰ, ਤੁਸੀਂ ਸਾੜਦੇ ਹੋ, ਕਿਉਂਕਿ ਇਸਲਾਮ ਵਿੱਚ ਮੁਰਦੇ ਦਫਨਾਏ ਜਾਂਦੇ ਨੇ। ਹੁਣ ਝਗੜਾ ਚੱਲ ਰਿਹਾ ਸੀ ਕਿ ਵੱਡਾ ਕੌਣ ਹੈ। ਗੁਰੂ ਨਾਨਕ ਸਾਹਿਬ ਉਸ ਵੇਲੇ ਬਗਦਾਦ ਤੋਂ, ਮੱਕੇ ਤੋਂ ਫੇਰੀ ਤੋਂ ਆਏ ਨੇ, ਪ੍ਰਚਾਰਕ ਦੌਰੇ ਤੋਂ ਇਸ ਪਿੰਡ ਪੁੱਜੇ ਹਨ ਤੇ ਉਹਨੂੰ ਗੁਰੂ ਨਾਨਕ ਸਾਹਿਬ ਦੇ ਬਾਰੇ ਲੋਕ ਜਾਣਦੇ। ਉਹ ਸਵਾਲ ਪੁੱਛਦੇ ਨੇ, ਪੁੱਛਣ ਗੱਲ ਈਮਾਨ ਦੀ। ਕਾਜ਼ੀ ਮੁੱਲਾ ਇਕੱਠੇ ਹੋਏ ਪੁੱਛਦੇ ਨੇ ਕਿ ਮਾਰੇ ਦੱਸੋ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਜੋ ਤੁਸੀਂ ਆਪਣੇ ਕੋਲ ਪੋਥੀ ਰੱਖੀ ਹੋਈ ਹੈ ਕਿ ਗੁਰੂ ਸਾਹਿਬ ਪ੍ਰਚਾਰ ਕਰਦੇ ਨੇ, ਆਸਾ ਹੱਥ ਕਿਤਾਬ ਕੱਚ ਪੂਜਾ ਬਾਂਗ ਮੁਸੱਲਾ ਤਾਰੀ। ਉਹ ਪੋਥੀ ਹਮੇਸ਼ਾ ਗੁਰੂ ਸਾਹਿਬ ਕੋਲ ਹੈ। ਭਾਈ ਗੁਰਦਾਸ ਜੀ ਨੇ ਇਹਦੀ ਗਵਾਹੀ ਭਰੀ। ਤੇ ਉੱਥੇ ਦੇ ਲੋਕ ਪੁੱਛਦੇ ਨੇ, ਮਹਾਰਾਜ ਤੁਸੀਂ ਜੋ ਪੋਥੀ ਰੱਖੀ ਇਹਦੇ ਵਿੱਚ ਕੀ ਲਿਖਿਆ ਹੋਇਆ, ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ, ਚੰਗੇ ਕੌਣ ਨੇ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਗੁਰੂ ਸਾਹਿਬ ਨੇ ਕਿਹਾ ਜੋ ਮੇਰੇ ਕੋਲ ਪੋਥੀ ਇਹਨਾਂ ਦੇ ਲਿਖਿਆ ਹੋਇਆ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ, ਵੱਡਾ ਉਹ ਇਨਸਾਨ ਦੇ ਕਰਮ ਚੰਗੇ। ਇਹ ਧਰਮ ਦੀ ਗੱਲ ਨਹੀਂ। ਬਾਬਾ ਆਖਿਆ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਹਿਣ ਲੱਗੇ ਉਸ ਰੱਬ ਦੀ ਦਰਗਾਹ ਵਿੱਚ ਨਾ ਹਿੰਦੂ ਪ੍ਰਵਾਨ ਹੋਵੇਗਾ ਨਾ ਮੁਸਲਮਾਨ। ਜਿਹਦੇ ਕਰਮ ਮਾੜੇ ਪ੍ਰਵਾਨ ਉਹ ਹੋਏਗਾ, ਭਾਵੇਂ ਹਿੰਦੂ ਹੋਏਗਾ ਭਾਵੇਂ ਮੁਸਲਮਾਨ ਹੋਵੇਗਾ, ਜਿਹਦੇ ਅਮਲ ਚੰਗੇ ਨੇ। ਹੁਣ ਸਾਧ ਸੰਗਤ ਦੀ ਗੱਲ ਸਾਡੇ 'ਤੇ ਵੀ ਲਾਗੂ। ਗੁਰੂ ਸਾਹਿਬ ਨੇ ਸਿਰਫ ਜਾਂ ਮੁਸਲਮਾਨ ਜਾਂ ਹਿੰਦੂ ਨਹੀਂ ਸਮਝਾਇਆ, ਇਹ ਸਾਡੇ ਵਾਸਤੇ ਵੀ ਹੈ ਕਿ ਗੁਰੂ ਦੀ ਨਿਗਾਹ ਵਿੱਚ ਉਹੀ ਸਿੱਖ ਪ੍ਰਵਾਨ ਜਿਹਦੇ ਅਮਲ ਚੰਗੇ ਨੇ। ਜੇ ਅਮਲ ਚੰਗੇ ਨੇ ਤੇ ਬਾਰੀ ਪਹਿਰਾਵਾ ਜਿਹੜਾ ਮਰਜ਼ੀ ਵਧੀਆ ਪਾ ਲਵੇ ਕੋਈ। ਅਸੀਂ ਹਰ ਸਾਲ ਇਹ ਪ੍ਰਕਾਸ਼ ਦਿਹਾੜੇ ਬਣਾਉਂਦੇ ਹਾਂ ਤੇ ਕੀ ਇਹ ਵਿਚਾਰਨਾ ਕਿ ਸਾਡੇ ਅੰਦਰ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਕਵਰ ਲਾਈਟ, ਚਾਨਣ। ਬਾਹਰੋਂ ਅਸੀਂ ਪ੍ਰਕਾਸ਼ ਦਿਹਾੜੇ ਬਣਾ ਰਹੇ ਹਾਂ ਪਰ ਅੰਦਰ ਸਾਡੇ ਹਨੇਰਾ। ਬਾਹਰ ਦਿਸਾ ਚਾਨਣਾ, ਦਿਲ ਅੰਧਿਆਰੀ ਰਾਤ। ਅੰਦਰ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਅਗਿਆਨਤਾ ਦੇ ਹਨੇਰੇ ਨੇ ਅੰਦਰ। ਅੰਦਰ ਸਤਿਗੁਰੂ ਸ਼ਬਦ ਉਜਾਰੋ ਦੀਪਾ, ਇਹ ਦੀਪਕ ਜਗਾਇਆ ਹੀ ਨਹੀਂ। ਪਰ ਜਿਸ ਨੇ ਆਪਣੇ ਅੰਦਰ ਸ਼ਬਦ ਦੀਪਕ ਜਗਾ ਲਿਆ ਪ੍ਰਵਾਨ ਹੋ ਗਿਆ। ਸਤਿਗੁਰੂ ਕੀ ਜਿਸਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮ। ਜਿਸਨੇ ਇਸ ਬਾਣੀ ਨੂੰ ਮਨ ਕਰਕੇ ਪੜਿਆ ਵਿਚਾਰਿਆ ਉਹਦਾ ਜੀਵਨ ਸਫਲ ਹੋ ਗਿਆ। ਗੁਰੂ ਸਾਹਿਬ ਜਿੱਥੇ ਵਿਚਰਦੇ ਨੇ ਉੱਥੇ ਸ਼ਬਦ, ਜੇ ਉੜੀਸਾ ਚਲੇ ਗਏ, ਜਗਨਨਾਥਪੁਰੀ ਗਏ ਨੇ ਤੇ ਉੱਥੇ ਵੀ ਸ਼ਬਦ ਉਚਾਰਨ ਕੀਤਾ ਕਿ ਸਾਲ ਗ੍ਰਾਮ ਵੀ ਪੂਜ ਬਣਾਵੋ ਸੁਕਰ ਤੁਲਸੀ ਮਾਲਾ। ਸ਼ਬਦ ਉਚਾਰਨ ਕੀਤੇ। ਜੇਕਰ ਗੁਰੂ ਸਾਹਿਬ ਹਰਿਦੁਆਰ ਗਏ ਤੇ ਉੱਥੇ ਵੈਸ਼ਨੋ ਸਾਧ ਨੂੰ ਮਿਲੇ ਨੇ, ਉੱਥੇ ਉਸਨੂੰ ਕਿਹਾ ਕਿ ਬੁੱਧ ਡੋਮਣੇ ਕੁਦਇਆ ਕਸਾਇਨ ਪਰ ਨਿੰਦਾ ਕੱਢ ਚੂੜੀ ਮੁੱਠੀ ਕ੍ਰੋਧ ਚੰਡਾਲ। ਹੁਣ ਜਦੋਂ ਵੀ ਸ਼ਬਦ ਸਾਹਿਬ ਉਚਾਰਦੇ ਨੇ ਨਾਲ ਆਪਣੇ ਉਹ ਲਿਖ ਲੈਂਦੇ ਨੇ। ਤੇ ਜਦੋਂ ਆਪਣੇ ਤੋਂ ਬਾਅਦ ਗੁਰਗੱਦੀ ਭਾਈ ਲਹਿਣਾ ਜੀ ਨੂੰ ਗੁਰੰਗਤ ਬਣਾਏ ਦਿੱਤੀ ਹੈ ਤਾਂ ਫਿਰ ਉਹ ਪੋਥੀ ਜਿਹੜੀ ਇਸ ਗੁਰੂ ਸਾਹਿਬ ਨੂੰ, ਉਹ ਪੋਥੀ ਵੀ ਗੁਰੂ ਸਾਹਿਬ ਨਾਲ ਦਿੱਤੀ ਗਈ। ਗੁਰੂ ਅੰਗਦ ਸਾਹਿਬ ਜੀ ਨੇ 63 ਸ਼ਲੋਕ ਉਚਾਰਨ ਕੀਤੇ। ਆਪਣੇ ਜੀਵਨ ਕਾਲ ਵਿੱਚ ਗੁਰਗੱਦੀ ਤੇ ਬੈਠੇ ਹਾਂ, ਜਿੰਨਾ ਸਮਾਂ ਗੁਰਗੱਦੀ ਤੇ ਬੈਠੇ ਨੇ 63 ਸ਼ਲੋਕ ਉਚਾਰਨ ਕੀਤੇ। ਤੇ ਉਸ ਤੋਂ ਬਾਅਦ ਜਦੋਂ ਆਪਣੀ ਥਾਂ ਤੇ ਗੁਰੂ ਅਮਰਦਾਸ ਨੂੰ ਗੁਰਗੱਦੀ ਬਖਸ਼ਦੇ ਹਨ ਤੇ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ, ਭਗਤਾਂ ਦੀ ਬਾਣੀ, ਆਪਣੇ ਸ਼ਲੋਕ ਉਹ ਸਾਰੀ ਵੰਡ ਸੰਗ੍ਰਹਿ ਗੁਰੂ ਅਮਰਦਾਸ ਜੀ ਨੂੰ ਦਿੱਤਾ ਜਾਂਦਾ ਹੈ। ਗੁਰੂ ਅਮਰਦਾਸ ਜੀ ਤੋਂ ਬਾਅਦ ਜਦੋਂ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬੈਠਦੇ ਹਨ ਤੇ ਉਹ ਸਾਰੀ ਵੰਡ ਸੰਗ੍ਰਹਿ ਜਿਹੜਾ ਹੈ ਉਹ ਗੁਰੂ ਰਾਮਦਾਸ ਜੀ ਦਿੱਤਾ ਜਾਂਦਾ ਹੈ। ਗੁਰੂ ਰਾਮਦਾਸ ਮਹਾਰਾਜ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਤੇ ਆਪਣੇ ਤੋਂ ਬਾਅਦ ਜਦੋਂ ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਮਿਲਦੀ ਹੈ ਉਹ ਸਾਰੀ ਵੰਡ ਸੰਗ੍ਰਹਿ ਉਹਨੂੰ ਮਿਲਦਾ ਹੈ ਔਰ ਬੜਾ ਸੰਭਾਲ ਕੇ ਰੱਖਿਆ ਜਾਂਦਾ, ਜਿਵੇਂ ਕਿ ਜ਼ਿੰਮੇਵਾਰੀ ਹੈ ਬਹੁਤ ਵੱਡੀ। ਹੁਣ ਗੁਰੂ ਅਰਜਨ ਸਾਹਿਬ ਵੇਲੇ ਬਹੁਤ ਸਾਰੀਆਂ ਅਲੱਗ-ਅਲੱਗ ਪੋਥੀਆਂ ਜਿਹੜੀਆਂ ਨੇ ਗੁਰੂ ਸਾਹਿਬ ਕੋਲ ਆ ਜਾਂਦੀਆਂ ਨੇ।
ਹੁਣ ਉੱਥੇ ਇੱਕ ਘਟਨਾ ਇਹ ਵਾਪਰਦੀ ਹੈ ਕਿ ਪ੍ਰਿਥੀ ਚੰਦ ਜੋ ਬੇਟਾ ਸੀ ਮਿਹਰਬਾਨ, ਉਸਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਮ ਤੇ ਕੱਚੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ। ਜਿਵੇਂ ਅਸੀਂ ਪੜ੍ਹਦੇ ਹਾਂ ਨਾ ਕਿ ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ, ਇਹ ਗੁਰਬਾਣੀ ਨਹੀਂ, ਇਹ ਮਿਹਰਬਾਨ ਲਿਖਿਆ ਹੋਇਆ। ਤੁਸੀਂ ਆਪ ਵੇਖੋਗੇ ਟਰੱਕਾਂ ਵਾਲਾ ਲਿਖਿਆ ਹੁੰਦਾ, ਟਰੱਕਾਂ ਤੇ ਗੱਡੀਆਂ ਅੱਗੇ ਲਿਖਿਆ ਹੁੰਦਾ। ਜਦੋਂ ਨਾਨਕਾ ਲਿਖਿਆ ਹੋਇਆ, ਨਾਨਕ ਸ਼ਬਦ ਲਿਖਿਆ ਗਿਆ। ਜਿਵੇਂ ਕੋਈ ਮਾਰਕੀਟ ਵਿੱਚ ਕੋਈ ਕੰਪਨੀ ਓਰੀਜਨਲ ਚੀਜ਼ ਲੈ ਕੇ ਆਉਂਦੀ ਤੇ ਜਿਹੜੇ ਕਈ ਡੁਪਲੀਕੇਟ ਚੀਜ਼ਾਂ ਬਣਾ ਕੇ ਵੇਚਣ ਵਾਲੇ ਨੇ ਮਾਰਜਨ ਕਮਾਉਣ ਵਾਸਤੇ। ਕੋਈ ਓਰੀਜਨਲ ਚੀਜ਼ ਹੈ, ਉਹਦੀ ਸੇਮ ਕਾਪੀ ਜਿਹੜੀ ਹੈ, ਔਰ ਕਈ ਵਾਰ ਓਰੀਜਨਲ ਚੀਜ਼ ਘੱਟ ਵਿਕਦੀ ਹੈ ਤਾਂ ਲੋਕ ਡੁਪਲੀਕੇਟ ਜ਼ਿਆਦਾ ਲੈਂਦੇ ਕਿਉਂਕਿ ਸਸਤੀ ਮਿਲਦੀ ਹੈ। ਗੁਰੂ ਅਰਜਨ ਸਾਹਿਬ ਨੇ ਵੇਖਿਆ ਕਿ ਕਿਤੇ ਸੰਗਤ ਭੁਲੇਖੇ 'ਚ ਨਾ ਆਵੇ ਵੀ ਕੱਚੀ ਬਾਣੀ ਨੂੰ ਸੱਚੀ ਬਾਣੀ ਪੜ੍ਹਨਾ ਸ਼ੁਰੂ ਕਰ ਦੇਵੇ, ਤੇ ਗੁਰੂ ਸਾਹਿਬ ਨੇ ਇਹ ਸਾਰੀ ਬਾਣੀ ਦਾ ਇੱਕ ਗ੍ਰੰਥ, ਇੱਕ ਬੀੜ ਰੂਪ ਵਿੱਚ ਲਿਖਣ ਦਾ ਇੱਕ ਮਨ ਵਿੱਚ ਨਿਰਣਾ ਕੀਤਾ ਤੇ ਡਿਊਟੀ ਲਗਾਈ ਹੈ ਭਾਈ ਗੁਰਦਾਸ ਜੀ ਦੀ। ਜੇ ਉਸ ਸਮੇਂ ਸਭ ਤੋਂ ਵੱਡੇ ਕੋਈ ਵਿਦਵਾਨ ਨੇ ਉਹ ਭਾਈ ਗੁਰਦਾਸ ਜੀ ਨੇ। ਤੇ ਭਾਈ ਗੁਰਦਾਸ ਜੀ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਸਾਰੀ ਬਾਣੀ ਲਿਖਦੇ। ਹੁਣ ਤੇ ਕਈ ਵਾਰ ਅਸੀਂ ਭੁਲੇਖਾ ਇਹ ਖਾ ਜਾਂਦੇ ਹਾਂ ਵੀ ਜਦੋਂ ਗੁਰੂ ਸਾਹਿਬ ਬਾਣੀ ਲਿਖਣ ਲੱਗੇ ਨੇ ਤੇ ਕੁਝ ਪੋਥੀਆਂ ਭਾਈ ਮੋਹਨ ਜੀ ਕੋਲ ਨੇ। ਬਾਬਾ ਮੋਹਨ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਸਪੁੱਤਰ ਨੇ, ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ, ਭੇਜਿਆ ਵੀ ਜਾ ਕੇ ਪੋਥੀਆਂ ਲੈ ਕੇ ਆਓ। ਅੱਗੋਂ ਇਨਕਾਰੀ ਹੋ ਗਏ। ਗੁਰੂ ਅਰਜਨ ਸਾਹਿਬ ਗਏ ਤੇ ਫਿਰ ਉਹਨਾਂ ਗਾਇਆ ਸੀ ਮੋਹਣ ਤੇਰੇ ਉੱਚੇ ਮੰਦਰ ਮਹਿਲ ਪਰ ਨਹੀਂ। ਉੱਤੇ ਅਰਥ ਪੜੋ। ਪ੍ਰੋਫੈਸਰ ਸਾਹਿਬ ਜੀ ਨੇ ਉਸ ਰੱਬ ਦੀ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਨੇ ਕੋਈ ਮੋਹਨ ਜੀ ਦੀ ਉਸਤਤ ਨਹੀਂ ਕੀਤੀ। ਜੇ ਮੋਹਨ ਦੀ ਗੱਲ ਕਰਾਂਗੇ ਫਿਰ ਤਾਂ ਹੋ ਗਈ ਗੱਲ ਕਿ ਗੁਰਬਾਣੀ ਵਿੱਚ ਕਿਸੇ ਬੰਦੇ ਦੀ ਉਸਤਤ ਕੀਤੀ ਹੋਈ। ਤੁਸੀਂ ਸਾਰੀ ਬਾਣੀ ਪੜ੍ਹ ਕੇ ਵੇਖੋ, ਕਿਤੇ ਵੀ ਗੁਰੂ ਸਾਹਿਬ ਨੇ ਕਿਸੇ ਬੰਦੇ ਦੀ ਉਸਤਤ ਨਹੀਂ ਲਿਖੀ ਹੋਈ। ਕਿਤੇ ਇਹ ਨਹੀਂ ਲਿਖਿਆ ਕਿ ਗੁਰੂ ਨਾਨਕ ਦੇ ਕਿਤਨੇ ਬੱਚੇ ਸੀ, ਗੁਰੂ ਸਾਹਿਬ ਨੇ ਕਿੰਨੇ ਦੁੱਖ ਝੱਲੇ ਨੇ, ਕਿਤਨਾ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ, ਕਿੱਥੇ ਕਿੱਥੇ ਗਏ ਨੇ, ਉਹਨਾਂ ਦੇ ਪਿਤਾ ਕੌਣ ਸੀ, ਮਾਤਾ ਕੌਣ ਸੀ, ਨਹੀਂ ਲਿਖਿਆ ਹੋਇਆ। ਗੁਰੂ ਅੰਗਦ ਸਾਹਿਬ ਜੀ ਕੀ ਕਰਦੇ ਸੀ ਪਹਿਲਾਂ, ਜਾਂ ਗੁਰੂ ਅਮਰਦਾਸ ਜੀ ਬਾਹਰ ਸੀ ਪਹਿਲਾਂ ਕੀ ਕਰਦੇ ਰਹੇ, ਕਿਸੇ ਦੀ ਉਸਤਤ ਨਹੀਂ ਲਿਖੀ। ਇੱਥੇ ਸਿਰਫ ਨਿਰੰਕਾਰ ਦੇ ਪ੍ਰਮਾਤਮਾ ਦੀ ਗੱਲ ਲਿਖੀ ਹੋਈ। ਸੋ ਭੁਲੇਖਾ ਮਨ ਕਦੇ ਨਾ ਰੱਖਣਾ, ਕਿਉਂਕਿ ਜਿਹੜੇ ਸ਼ਰਾਰਤੀ ਅਨਸਰ ਨੇ ਚਾਹੁੰਦੇ ਨੇ ਸਿੱਖਾਂ ਨੂੰ ਵਰਗ ਲਾਇਆ ਜਾਵੇ, ਪੁੱਠੇ ਪਾਸੇ ਕਹਾਣੀਆਂ ਲਿਖ ਕੇ ਪਾਤੀਆਂ। ਪਰ ਨਹੀਂ, ਸਾਰੀ ਬਾਣੀ ਗੁਰੂ ਅਰਜਨ ਸਾਹਿਬ ਕੋਲ ਮੌਜੂਦ ਹੈ। ਉਹਨੂੰ ਰਾਗਾਂ ਦੇ ਵਿੱਚ ਤਰਤੀਬਵਾਰ ਲਿਖਣ ਲਈ ਡਿਊਟੀ ਲਗਾਈ ਭਾਈ ਗੁਰਦਾਸ ਜੀ ਤੇ ਆਪਣੀ ਬਾਣੀ ਵੀ ਜਿਹੜੀ ਹੈ 30 ਰਾਗਾਂ 'ਚ ਉਚਾਰਨ ਕੀਤੀ। ਉਹ ਸਾਰੀ ਬਾਣੀ ਭਾਈ ਗੁਰਦਾਸ ਜੀ ਲਿਖਦੇ। ਹੁਣ ਜਦੋਂ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ, ਬੀੜ ਤਿਆਰ ਹੋ ਰਹੀ ਸੀ ਤੇ ਕੁਝ ਕੱਚੇ ਪੇਲੇ ਆਪ ਨੂੰ ਭਗਤ ਕਹਾਣ ਵਾਲੇ ਕਾਨਾ, ਪੇਲੂ, ਸ਼ਾਹ ਹੁਸੈਨ, ਇਹ ਸਾਰੇ ਆ ਗਏ। 4 ਬੰਦੇ ਆਏ, ਕਹਿੰਦੇ ਜੀ ਗੁਰੂ ਸਾਹਿਬ ਸੁਣਿਆ ਕਿ ਤੁਸੀਂ ਨਵਾਂ ਗ੍ਰੰਥ ਲਿਖ ਰਹੇ ਹੋ, ਕਿਉਂਕਿ ਬਹੁਤ ਸਾਲ ਹੋ ਗਏ ਇਸ ਦੇਸ਼ 'ਚ ਕੋਈ ਨਵਾਂ ਗ੍ਰੰਥ ਨਹੀਂ ਲਿਖਿਆ ਗਿਆ। ਤੁਸੀਂ ਨਵਾਂ ਗ੍ਰੰਥ ਲਿਖਣ ਲੱਗੇ ਹੋ ਤੇ ਅਸੀਂ ਇਹ ਵੀ ਸੁਣਿਆ ਕਿ ਤੁਸੀਂ ਭਗਤਾਂ ਦੀ ਬਾਣੀ ਵੀ ਲਿਖੀ ਹੈ ਉਹਦੇ ਵਿੱਚ। ਔਰ ਜਦੋਂ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਗੁਰਗੱਦੀ ਬੈਠੇ ਨੇ, ਭੱਟ ਸਾਹਿਬ ਆਉਂਦੇ ਨੇ, 11 ਭੱਟ ਆਉਂਦੇ ਨੇ ਜੋ ਗੁਰੂ ਸਾਹਿਬ ਦੀ ਉਸਤਤ ਵਿੱਚ ਰੱਬ ਦੀ ਉਸਤਤ ਲਿਖਿਆ ਉਹਨਾਂ ਨੇ। ਗੁਰੂ ਸਾਹਿਬ ਨੇ ਉਹ ਵੀ ਜਿਹੜੀ ਹੈ ਬਾਣੀ ਇਕੱਤਰ ਕੀਤੀ ਹੋਈ। 3 ਗੁਰਸਿੱਖਾਂ ਦੀ ਸੱਤਾ ਬਲਵੰਤ ਜੀ ਅਤੇ ਬਾਬਾ ਸੁੰਦਰ ਜੀ ਦੀ ਬਾਣੀ ਵੀ ਲਿਖੀ ਹੈ। ਇਹ ਸਾਰੀ ਜੋ ਬਾਣੀ 34 ਮਹਾਂਪੁਰਖਾਂ ਦੀ ਬਾਣੀ ਬਣਦੀ ਹੈ, ਜੋ 35ਵੇਂ ਮਹਾਂਪੁਰਖ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬਾਅਦ ਵਿੱਚ ਦਰਜ ਹੁੰਦੀ। ਉਹ ਕਹਿੰਦੇ ਅਸੀਂ ਨਵਾਂ ਸੋ ਗ੍ਰੰਥ ਲਿਖਿਆ, ਤੂੰ ਸਾਡੀ ਬਾਣੀ ਵੀ ਲਿਖੋ। ਤੇ ਸਾਹਿਬ ਕਹਿੰਦੇ ਜੇ ਤੁਹਾਡੀ ਬਾਣੀ ਜਿਹੜੀ ਰਚਨਾ ਜਿਹੜੀ ਹੈ ਜੇਕਰ ਗੁਰਮਤਿ ਦੇ ਆਸ਼ੇ ਅਨੁਸਾਰ ਪੂਰਨ ਹੋਵੇਗੀ ਲਿਖੀ ਜਾਏਗੀ, ਸੁਣਾਓ। ਇਹ ਕਹਿਣ ਲੱਗੇ ਜੀ ਸਾਡੇ ਨਾਲ ਉਹ ਚੰਗੇ ਜਿਹੜੇ ਜਿਉਂਦੇ ਹੀ ਮਰ ਗਏ। ਇਸ ਸੰਸਾਰ 'ਚ ਅਸੀਂ ਆਏ ਹਾਂ, ਇੱਥੇ ਦੁੱਖ ਝੱਲਣਾ ਪੈਂਦਾ, ਦੁਖੀ ਹੁੰਦੇ ਆ, ਪਰੇਸ਼ਾਨ ਹੁੰਦੇ ਆ। ਭਾਈ ਉਹ ਚੰਗੇ ਜਿਉਂਦੇ ਮਰ ਗਏ। ਸਾਹਿਬ ਨੇ ਇੰਨੀ ਢਹਿੰਦੀ ਕਲਾ ਦੀ ਗੱਲ ਕਰਦੇ ਤੁਸੀਂ। ਇਹ ਤਾਂ ਗੁਰਬਾਣੀ ਹੈ, ਦੁੱਖ ਨਾਹੀਂ ਸਭ ਸੁਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿਤ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਤੁਹਾਡੀ ਅੰਦਰ ਇਤਨੀ ਢਹਿੰਦੀ ਕਲਾ ਪਈ, ਸਾਨੂੰ ਉਹ ਚੰਗੇ ਜਿਹੜੇ ਮਰ ਗਏ। ਇਹ ਬਾਣੀ ਤੁਹਾਡੀ ਰਚਨਾ ਲਿਖੀ ਜਾਏ। ਦੂਜਾ ਕਹਿਣ ਲੱਗੇ ਬਈ ਸਾਡੀ ਲਿਖੋ, ਕਹਿੰਦੇ ਸੁਣਾਓ। ਉਹ ਕਹਿਣ ਲੱਗਾ ਕਾਗਜ਼ ਸੰਧੀ ਪੁੱਤਰੀ ਤੋਰਾ ਤਰਿਆ ਨਿਹਾਰ, ਕਿ ਜੇਕਰ ਔਰਤ ਦੀ ਤਸਵੀਰ ਹੀ ਬਣੀ ਹੋਵੇ, ਕੋਈ ਪੁਤਲਾ ਬਣਿਆ ਹੋਵੇ, ਔਰਤ ਤੇ ਭਰੋਸਾ ਕਦੇ ਨਹੀਂ ਕਰਨਾ।
सतगुरु कहने गुरु नानक साहब ने कहा सो क्यों मंदा आखी है, जित जमै राजन, पर तेरे अंदर औरत, जिस औरत ने तेनों जन्म दिता है उस औरत ने इतनी नफरत है तेनों भी औरत की तस्वीर भी वेखनी नहीं, भरोसा नहीं करना, तेरी रचना लिखी नहीं जाएगी। तीजा आया कह लगा जी ओ ही रे मैं ओ ही रे जाको ब्रह्मा महेश्वर खोजा, कि मैं बड़ा वड्डा भगत है, मैनू ब्रह्मा भी लभी जाता, महेश्वर भी लभ रहा। कहते इतना अहंकार तेरे अंदर। इतने गुरु नानक साहब कहते नानक नीच कह विचार वार ना जावा एक बार, नीचा अंदर नीच जात, नीची मत नीच नानक तिनका संग साथ, वड्डिया स्यों क्या रीस, तू हंकारिया होया, तेरी रचना लिखी नहीं जाएगी। हूँ चौथा आया, उन्हें वेख्या जो तीन पहला बोल चुके हैं वो लिखे ने कि मेरा कितना लिखा जाएगा। वो कहना चुप वे अड़िया बोलन दी नहीं जा वे अड़िया, कह लगे चुप रह तू भाई, जेड़े पहला बोले तो लिखे कि तेरी कितने लिखी जाए। वो चारे खारिज करते गए तो सारी जो बाणी लिखी गई 1604 विच, तो जो सारी बाण का प्रकाश करन की गल हुई तो उत्थे बाबा बुढ़ा जी पुछते ने, भाई गुरदास जी पुछते हैं, जो उगे सिख से पुछते महाराज उन्हें बाणी का असीं प्रकाश कित्थे करना है। तो गुरु अर्जन साहब ने हरमंदर साहब के अंदर बाबा बुढ़ा जी ने अपने सिर पर महाराज प्रकाश अपना महाराज बीड़ चुकी है गुरु साहब के हुक्म अनुसार। तो गुरु अर्जन साहब चौर कर रहे, हरमंदर साहब के अंदर प्रकाश किया गया तो हुक्मनामा आया, संतां के कारज आप खलोया हर काम करावन आया राम। पहले ग्रंथी रखे गए हरमंदर साहब अंदर बाबा बुढ़ा जी, और बाबा बुढ़ा जी देखो कितने बड़े विद्वान ने। गुरु नानक साहब तो लैके गुरु हरगोबिंद साहब तक 6 गुरु साहब दर्शन किए ने, और हरगोबिंद साहब महाराज को शस्त्र विद्या सिखाने वाले विद्या गुरु भी जड़े ने बाबा बुढ़ा जी ने, बड़े उच्च करने वाले। असी अज जो ग्रंथी सिंघां की गल करते हैं भाई ग्रंथी साडे आ करते, ग्रंथी आ करते, उदाहरण देंगे असीं बाबा बुढ़ा जी दे के बाबा बुढ़ा जी ग्रंथी सी। पर सवाल ये भी पैदा होता जी बाबा बुढ़ा जी ग्रंथी सी, प्रबंधक कौन से उस वेले? प्रबंधक सी गुरु अर्जन साहिब महाराज। जो जीवन वेखो गुरु अर्जन साहिब महाराज का, मैं सारे की गल नहीं करता, पर अज बहुत थां ते तुसीं प्रबंधक के हालात वेखो, बेअमृतीए ने, केस रंगते ने, नशे भी करते हैं, तो फिर आके हुक्म चलाते ग्रंथी सिंह दे। जे ग्रंथी बाबा बुढ़ा जी ने तो प्रबंधक गुरु अर्जन साहिब महाराज ने, जे गुरु ग्रंथ साहिब दे ग्रंथी रखा गया भाई मनी सिंह जी को, तो प्रबंधक गुरु गोबिंद सिंह महाराज ने। इसका मतलब की है कि जे ग्रंथी सिंह ठीक है कि ग्रंथी सिंह का जीवन भाई मनी सिंह जी वर्गा होना चाहिए, ग्रंथी सिंह का जीवन जो बाबा बुढ़ा जी वर्गा होना चाहिए, पर प्रबंधक का जीवन गुरु अर्जन साहिब वर्गा होना चाहिए। ग्रंथी रखे गया सारा दिन संगतां के दर्शन कर दिया ने, शाम हुई सुखासन किया गया तो फिर पूछते हैं बाबा बुढ़ा जी महाराज हूँ सुखासन कित्थे करना है, महाराज को कित्थे रात रखना है। तो साहब ने जिथे मैं विश्राम करता, जिस मंजे ते गुरु साहब कोठा साहिब विखे रात को आराम करते सी, उस मंजे ते सोहने चादर विछा के ने, सोहने बस्तर विछा के महाराज का रात को सुखासन किया। तो गुरु अर्जन साहिब महाराज ने उत्थे नाल ही थले अपने आसन ला लिया। उस दिन तो बाद गुरु साहब मंजे ते नहीं सुते, महाराज ने उच्ची थां ते रखा। तुसीं वेखो बहुत सारे देहधारी जड़े ने वो महाराज का प्रकाश किया वो बराबर होकर बैठे होंगे ने, थले नहीं बैठते। गुरु अर्जन साहब कितना सत्कार करते हैं। अज जिन्होंने बाणी लिखी नहीं, जिन्होंने उचारी नहीं, कहते गुरु असी, पर जिन्होंने बाणी लिखी गुरु रामदास कहने लगे बाणी गुरु, गुरु है बाणी विच बाणी अमृत सारे, गुर बाणी कह सेवक जन मानै, प्रतख गुरु निस्तारे। शब्द गुर पीरा गहर गंभीरा, बिन शब्द है जग बोर आनंद। तो अज के शब्द गुरु अर्जन साहब ने सतपुर बचन तुम्हारे, निर्गुण निस्तारे, महाविखादी दुष्ट अपवादी ते पुनीत संगारे। किन्ने बड़े बड़े दुष्ट अपवादी
झगड़े लड़ाइयाँ करने वाले, विषयां विकारे पे हुए, महाराज तुहाडे बचनां दे नाल बदल गए ने। धन गुरु अर्जन साहिब दरबार विच एक नौजवान आउंदा है। उस नौजवान का काम है साथ में चोरियां करनी। एक नगर विच पिंड विच चले जाना, उत्थों दियां पशु मझां गऊआं चोरी कर दूजे पिंड वेच आउणी, उत्थों का कोई समान चोरी कर तीजी थां ते वेच आउणा। हुण जदों गुरु अर्जन साहिब गुरगद्दी ते बैठे ने ते ये नौजवान अपने पिंड के नौजवान सारे कहते भी चलीए आपां हरमंदर साहिब गुरु के दर्शन करके आईए। ये भी आ गया नाल ते मन में ये इच्छा धार के आया भी उत्थे जाके मैनू कोई पता मौका मिल जाए, भीड़ बड़ी होनी है कि पता कोई चोर का मौका मिल जाए। क्योंकि तुसीं वेखो आम तौर पर धर्म स्थानां ते ना उत्थे फोटो लगे होंदे ने भी आ इत्थे चोर ने, ये बच्चे भी चोरी। तुसीं वेखो कई बार दरबार साहिब बच्चे चोरी हो जाते हैं, समान चोरी हो जाता, क्योंकि ये लोग उन्होंने पता भी बाहरों लोग आए हुए ने, इत्थे सरमाएदार ने, चोर का मौका मिलेगा। बड़े बड़े धर्म स्थानों पर उत्ते बकायदा अनाउंसमेंट होंदी है, भाई अपना समान बचा के रखो, ये चोर चक्के भी फिरते हैं, सारे साध नहीं फिरते। हुण ये भी आ गया इत्थे। जो गुरु अर्जन साहिब अगे मत्था टेकिया संगत करता है तो गुरु साहब ने एक बचन कहा, शब्द कहा। हुण देखो आप कई बार ना शरीर पिछे तुर रहे हैं, ये देहधारी गुरु होने चाहिए। शरीर तो गुरु नानक साहब का वेख के सज्जन था कहता ये तो बड़े वधिया सामी रात को कतल कर देना इसलाम। सी तो उन्होंने वेख्या सी, शरीर तो वैष्णव साध ने वेख्या सी, पर दर्शन करके बदलिया नहीं। बदलिया उदों जो गुरु का बचन हिरदे वसिया, जो बचन सुनिया इसने। हुण मत्था टेके दर्शन किते ने, शरीर वेख्या गुरु अर्जन साहिब का, पर जदों शब्द सुनिया ना कि चोर की हामा भरे ना कोई, कि चोर दे कोई हामी नहीं भरेगा, चोर की हामी नहीं भरता कोई, सेवा करता है। बार बार बचन अपने कन्ना चली जाता है, चोर की हामा भरे ना कोई। 5-7 दिन सेवा कर तो जो वापस आया तो अपने घर वालों कहन लगा भाई मैं 1 महीना पहला एक मझ चोरी करके ले आया सी, तेन मैं उदा ही कहता मैं खरीद के ले आया, झूठ बोलिया सी। इदा अंदर कुछ पैसे हैगे ने, अंदर पैसे भी लैके आ, क्योंकि 1 महीना इस मझ का दूध मेरे बच्चे पींदे रहे हैं, इस करके मैं पैसे भी देने हैं, क्योंकि मझ साड़ी नहीं है। तो मैं कहना पत्नी बड़ी भागा वाली चंगी सी जिन्हें गल सुनी। आई पत्नी कहना छड्डो परे, जो चीज़ आ गई रहन दो घर, इदा ही है ना। पत्नी सियाणी सी भी मेरा पति सुधरना चाहता है, अपनी गलती सुधारना चाहता है, घरों जाके अंदरों पैसे दिते आ लो। अज पत्नियां बहुत घट ने हो जी, जे पति रिश्वत लैके 10,000 लैंदा भी आ लै 10,000 रुपया वधिया सूट लै, कहती मैनू की लेना जिथों मर्जी लैके आवे, मैं तो अपनी ख्वाहिशां पूरियां करनियां। जेकर सियाणी होवे पत्नी कहे नहीं मैं सस्ता सूट पा लवांगी, पुराने सूट पाऊंगा, पर बेमानी का जो पैसा है ना अपने घर नहीं बढ़न देना। क्योंकि साहिब कहते विख्या कै धन सदा दुख होए, ना साथ जाए ना प्राप्त होए। बेमानी के पैसे विचों बेमानी का धन जो सुख नहीं आ सकता। मता समय 2 उन्होंने कमाइयां लिया, किसी कोठियां पा लिया, साढ़े बच्चे वधिया पढ़ना शुरू हो गए, पर एक समा आएगा तुहानूं पछताना पवेगा कि 2 नंबर कमाइयां के कारण ये बच्चे सानूं घरों धक्के मार के बाहर करते हैं। क्योंकि बच्चे ने पता अपने प्यो बारे कित्थों पैसा लिया के दिंदा रहा। तो जो बच्चे को कहता पिता कहता ईमानदार बन, कहता मैनूं पता ईमानदारी तू अपने कोल रख, जिवें तू कमाउंदा रहे मैं भी उस तरह कमाउणा। फिर बच्चे वेखते हैं सारा कुछ। पत्नी पैसे दिंदी है तो जाके बाहरों मझ खोल के लैके जिस घरों चोरी की सी। हुण साथ संग जो चोरी की ना उदों सारे घर सुते हुए सन, अद्धी रात में वड़िया अंदर चोरी की चला गया। पर जो वापस मझ देन आया दोपहर चढ़ी हुई, घर वाले बाहर बैठे हुए, तो ज्यों ही उस ड्योढ़ी तो अंदर मझ वड़ी है ना, पिछे ये भी है, तो घर वाले बड़े प्रसन्न हुए तो साड़ी मझ चोरी हो गई सी 1 महीना पहला। अपने बुजुर्ग को आवाज़ आई, बापू जी एक बहुत भला मानस इंसान, एक साड़ी जी मझ चोरी हो गई सी, वो देन आया। हम पता सी मझ खोली कितों है, जाके उस किले ते बन्नी। बुजुर्ग आया,
ਉਹਨੂੰ ਕਹਿੰਦਾ ਬਜ਼ੁਰਗੋ ਆ ਤੁਹਾਡੀ ਮੱਝ ਇੱਕ ਮਹੀਨਾ ਪਹਿਲਾਂ ਮੈਂ ਚੋਰੀ ਕਰਕੇ ਲੈ ਗਿਆ ਸੀ, 1 ਮਹੀਨਾ ਇਸ ਮੱਝ ਦਾ ਦੁੱਧ ਮੇਰੇ ਬੱਚੇ ਪੀਂਦੇ ਰਹੇ, ਆ ਉਸ ਪੈਸੇ ਨੇ ਉਸਦੇ। ਬਜ਼ੁਰਗ ਪੁੱਛਦਾ ਕੌਣ ਹੈ ਤੂੰ? ਕਹਿੰਦਾ ਮੈਂ ਤੁਹਾਡਾ ਚੋਰ ਹਾਂ, ਤੇ ਇਹਨਾਂ ਕਹਿ ਦਿਓ ਮੈਂ ਤੈਨੂੰ ਬਖਸ਼ ਦਿੱਤਾ, ਤੈਨੂੰ ਮਾਫ ਕੀਤਾ। ਤੇ ਬਜ਼ੁਰਗ ਪੁੱਛਦਾ ਹੋਇਆ ਕੀ ਹੈ ਤੈਨੂੰ? ਕਹਿੰਦਾ ਹੋਇਆ ਇਹ ਕਿ ਮੈਨੂੰ ਸੱਚਾ ਗੁਰੂ ਮਿਲ ਗਿਆ। ਗੁਰੂ ਕਹਿੰਦਾ ਚੋਰ ਕੀ ਹਾਮਾ ਭਰੇ ਨਾ ਪਏ। ਗੁਰੂ ਨੇ ਕਿਹਾ ਆ 2 ਨੰਬਰ ਦੀ ਕਮਾਈ ਆਪਣੇ ਬੱਚਿਆਂ ਨੂੰ ਕਦੇ ਨਾ ਖਵਾਈ, ਜ਼ਹਿਰ ਦੇ ਰਿਹਾ ਬੱਚਿਆਂ ਨੂੰ ਆਪਣੇ, ਤੇ ਆਪਣੇ ਪਰਿਵਾਰ ਚ ਨਾਲ ਲੈ ਕੇ ਜਾ। ਬਜ਼ੁਰਗ ਪੁੱਛਦਾ ਗੁਰੂ ਕੌਣ ਹੈ ਤੇਰਾ? ਕਹਿੰਦਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਇੱਕ ਜਿਹੜਾ ਬੰਦਾ ਇੱਕ ਪੰਕਤੀ ਸੁਣ ਕੇ ਜਿਹਨੂੰ ਇਸਨੂੰ ਕਿਹਾ ਸਾਹਿਬ ਨੇ ਕਿਨਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ, ਇਹ ਕਿਨਕਾ ਵਸਾਉਣਾ, ਉਹਦਾ ਜੀਵਨ ਨਾ ਬਦਲ ਗਿਆ। ਜੀਵਨ ਤੋਂ ਪ੍ਰਭਾਵਿਤ ਹੋ ਕੇ, ਇੱਕ ਚੋਰ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਜੋ ਸਿੱਖ ਬਣ ਗਿਆ ਨਾ, ਉਹ ਬਜ਼ੁਰਗ ਆਪਣੇ ਪੂਰੇ ਪਰਿਵਾਰ ਸਹਿਤ ਅੰਮ੍ਰਿਤਸਰ ਆਉਂਦਾ ਤੇ ਗੁਰੂ ਅਰਜਨ ਸਾਹਿਬ ਤੋਂ ਸਿੱਖੀ ਧਾਰਨ ਕਰਦਾ। ਇਹ ਹੈ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਬਿਖਾਦੀ ਦੁਸ਼ਟ ਅਪਵਾਦੀ। ਬੜੇ ਬੜੇ ਵਿਸ਼ੇ ਵਿਕਾਰ ਕਰਨ ਵਾਲੇ ਭੋਗਣ ਵਾਲੇ ਇਨਸਾਨ ਬਿਖਾਦੀ, ਮਹਾ ਅਪਵਾਦੀ ਜਿਹੜੇ ਅਪਰਾਧ ਕਰਨ ਵਾਲੇ ਨੇ, ਮਹਾ ਬਿਖਾਦੀ ਦੁਸ਼ਟ ਆਤਮਾ ਵਾਲੇ, ਦੁਸ਼ਟ ਫਿਰਤੀਆਂ ਵਾਲੇ ਜਿਹੜੇ ਨੇ, ਕਹਿੰਦੇ ਅਪਵਾਦੀ, ਝਗੜੇ ਕਰਨ ਵਾਲੇ, ਅਪਰਾਧ ਕਰਨ ਵਾਲੇ, ਤੇ ਪੁਨੀਤ ਸੰਗਾਰੇ। ਤੁਹਾਡੇ ਬਚਨ ਉਸ ਨੂੰ ਪਵਿੱਤਰ ਕਰ ਦਿੰਦੇ ਨੇ। ਹੁਣ ਕਦੇ ਅਸੀਂ ਆਪਣੇ ਪਾਸੇ ਖਿਆਲ ਕਰੀਏ ਕਿ ਕਿੰਨੇ ਸਾਲ ਹੋ ਗਏ ਬਾਣੀ ਪੜ੍ਹਦੇ ਆ, ਕਿਤਨੇ ਰਾਗੀ ਸੱਜਣ ਇੱਥੇ ਆਏ ਚਲੇ ਗਏ, ਕਿਤਨੇ ਮਾਰੇ ਸਰੂਪ ਅਸੀਂ ਪੜ੍ਹ ਕੇ ਬਿਰਧ ਹੋ ਗਏ, ਕਿਤਨੇ ਗੁਟਕੇ ਸਾਡੇ ਕੋਲ ਪੜ੍ਹ ਕੇ ਬਿਰਧ ਹੋ ਗਏ, ਸੰਸਕਾਰ ਕੀਤੇ ਗਏ। ਪਰ ਕਿ ਸਾਡੇ ਅੰਦਰੋਂ ਦੁਸ਼ਟ ਜਿਹੜੇ ਵਿਕਾਰ ਨਿਕਲ ਗਏ ਨੇ ਬਾਹਰ, ਕਿ ਅਸੀਂ ਇਹ ਮੰਨਿਆ ਵੀ ਮੈਂ ਗੁਰੂ ਦਾ ਸਿੱਖ ਬਣ ਗਿਆ, ਹੁਣ ਅੱਜ ਤੋਂ ਬਾਅਦ ਮੇਰੇ ਅੰਦਰ ਪ੍ਰਕਾਸ਼ ਹੋ ਗਿਆ। ਮੈਂ ਪਹਿਲਾ ਬਿੰਦੀ ਦੇ ਪ੍ਰਕਾਸ਼ ਪੁਰਬ ਹਰ ਸਾਲ ਬਣਾਉਂਦੇ ਆ ਕਿ ਮਹਾਰਾਜ ਦਾ ਪਹਿਲਾ ਪ੍ਰਕਾਸ਼, ਪਰ ਸਾਡੇ ਦਾ ਪ੍ਰਕਾਸ਼ ਤਾਂ ਹੋਇਆ ਹੀ ਨਹੀਂ। ਜੇ ਸੋ ਚੰਦਾ ਯੁਗ ਮੈਂ ਸੂਰਜ ਚੜਾ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਹਿਣਗੇ 100 ਨੇ ਹਜ਼ਾਰਾਂ ਸੂਰਜ ਚੜ ਜਾਣ, ਇੱਕ ਸੂਰਜ ਚੜ੍ਹਦਾ ਹੈ ਨਾ, ਇੰਨਾ ਪ੍ਰਕਾਸ਼ ਹੈ। ਇੱਕ ਚੰਦਰਮਾ ਰਾਤ ਨੂੰ ਪੂਰਨਮਾਸ਼ੀ ਹੁੰਦੀ ਤੇ ਪ੍ਰਕਾਸ਼ ਹੁੰਦਾ। ਕਹਿੰਦੇ ਇਹ ਨਹੀਂ, ਜੇ ਸੋ ਚੰਦਾ ਯੁਗ ਮੈਂ ਸੂਰਜ ਚੜਾ ਹਜ਼ਾਰ, ਹਜ਼ਾਰਾਂ ਸੂਰਜ ਚੜ ਜਾਣ। ਹੁਣ ਇਹ ਉਦਾਹਰਨ ਬਾਅਦ ਵਿੱਚ ਸਾਡੇ ਅੰਦਰ ਦੀ ਗੱਲ ਵੀ ਸਾਡੇ ਕੋਲ ਜਿੰਨਾ ਮਰਜ਼ੀ ਇਲਮ ਆ ਜਾਏ, ਡਿਗਰੀਆਂ ਆ ਜਾਣ, ਕੋਰਸ ਕੀਤੇ ਹੋਣ, ਜਿੰਨਾ ਮਰਜ਼ੀ ਪੜ੍ਹਾਈਆਂ ਕੀਤੀਆਂ ਹੋਣ, ਸਾਡਾ ਭਰਿਆ ਹੋਵੇ ਕਿਤਾਬਾਂ ਨਾਲ ਘਰ ਪੂਰਾ, ਪਰ ਜੇ ਗੁਰਬਾਣੀ ਸਾਡੇ ਹਿਰਦੇ 'ਚ ਨਹੀਂ, ਕਹਿੰਦੇ ਹਨੇਰਾ ਹੀ ਹਨੇਰਾ। ਇਹਨੂੰ ਸਮਝ ਕੇ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਹੰਕਾਰ। ਜੇ ਇੰਨੀਆਂ ਪੜ੍ਹਾਈਆਂ ਕਰਨ ਤੋਂ ਬਾਅਦ ਹੀ ਬੰਦਾ ਲਾਲਚੀ ਹੈ, ਨੌਕਰੀ ਲੱਭਦਾ ਆੜ ਪਾੜ ਮਿਲ ਜੇ ਤਾਂ ਖੁੱਲ੍ਹੀ ਕਮਾਈ ਕਰਾਂਗਾ, ਫਿਰ ਰਿਸ਼ਵਤਾਂ ਲਵਾਂਗਾ, ਫਿਰ ਕਹਿੰਦੇ ਹਨੇਰਾ ਹੀ ਹਨੇਰਾ ਤੇਰੇ ਅੰਦਰ ਹੈ। ਤੇ ਸਾਹਿਬ ਕਹਿਣਗੇ ਉਹ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਜਨਮ ਪਵਨ ਤੇ ਨਰਕ ਪੜਨ ਤੇ ਤਿੰਨ ਕੇ ਕੁੱਲ ਉਧਾਰੇ। ਜਿਹੜੇ ਜਨਮ ਦੇ ਗੇੜੇ ਪਏ ਸੀ, ਰੋਜ਼ ਮਰਦੇ ਜੰਮਦੇ ਸਨ, ਕਹਿਣਗੇ ਉਹ ਨਰਕ ਪੜਨ ਤੇ ਨਰਕੀ ਜੀਵਨ ਭੋਗ ਰਹੇ ਸਨ, ਤੇ ਪੁਨੀ ਤਿਨਕੇ ਕੁੱਲ ਉਧਾਰੇ। ਜੇਕਰ ਉਹ ਬੰਦਾ ਗੁਰੂ ਦੀ ਮੱਤ ਅਨੁਸਾਰ ਤੁਰਨਾ ਸ਼ੁਰੂ ਕਰ ਜਾਏ ਤੇ ਕਹਿਣਗੇ ਫਿਰ ਉਹਦੀ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ। ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। ਇਸ ਬਾਣੀ ਨੂੰ ਜਿਹੜਾ ਮਨ ਕਰਕੇ ਪੜ੍ਹਦਾ ਹੈ, ਜ਼ਿੰਦਗੀ ਧਾਰਨ ਕਰਦਾ, ਜਿਹਨੂੰ ਕੋਈ ਜਾਣਦਾ ਹੀ ਨਹੀਂ, ਲੋਕ ਉਹਦੇ ਜੀਵਨ ਦੀ ਉਦਾਹਰਨਾਂ ਦਿੰਦੇ। ਅੱਜ ਜਿੰਨੇ ਅਸੀਂ ਆਪਣਾ ਬਜ਼ੁਰਗ ਵੇਖਦੇ ਹਾਂ, ਸ਼ਹੀਦਾਂ ਨੂੰ ਵੇਖਦੇ ਹਾਂ, ਅਸਲ ਕਾਰਨ ਕੀ ਹੈ ਕਿ ਗੁਰਬਾਣੀ ਦਾ ਮਨ ਕਰਕੇ ਸਤਿਕਾਰ ਸੀ। ਅੱਜ ਸਿਰਫ ਅਸੀਂ ਸਾਏ ਪਾਠ ਕਰ ਲਿਆ, ਅਖੰਡ ਪਾਠ ਕਰ ਲਿਆ, ਬਾਣੀ ਪੜ੍ਹ ਲਈ, ਕਹਿੰਦੇ ਵੀ ਅਸੀਂ ਗੁਰਸਿੱਖ ਬਣ ਗਏ। ਸਤਿਕਾਰ ਮਨ ਵਿੱਚ ਨਹੀਂ। ਬੜੀ ਪਿਆਰੀ ਘਟਨਾ ਹੈ। ਮਹਾਰਾਜਾ ਹੀਰਾ ਸਿੰਘ ਰਿਆਸਤ ਪਟਿਆਲੇ ਦੇ ਰਾਜੇ ਹਨ, ਤੇ ਇਹਨਾਂ ਦੇ ਕੋਲ ਕੰਮ ਕਰਦੇ ਨੇ ਭਾਈ ਕਾਹਨ ਸਿੰਘ ਨਾਭਾ ਦੇ ਪਿਤਾ ਨੇ ਭਾਈ ਨਾਰਾਇਣ ਸਿੰਘ, ਜਿਨ੍ਹਾਂ ਦਾ ਪਿਛੋਕੜ ਜਿਹੜਾ ਨਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਭਾਈ ਨੋਧ ਸਿੰਘ ਜੀ ਹੋਏ ਨੇ, ਉਸ ਖਾਨਦਾਨ ਵਿੱਚੋਂ ਨੇ, ਬੜੇ ਵਿਦਵਾਨ ਨੇ। ਔਰ ਇੰਨੇ ਵੱਡੇ ਵਿਦਵਾਨ ਨੇ ਭਾਈ ਨਾਰਾਇਣ ਸਿੰਘ ਜੀ ਕਿ ਅਖੰਡ ਪਾਠ ਜਿਹੜਾ ਗੁਰੂ ਗ੍ਰੰਥ ਸਾਹਿਬ ਬਾਰੇ ਸਾਰੀ ਬਾਣੀ ਹੈ ਉਹਨੂੰ ਜ਼ੁਬਾਨੀ ਕੰਠ। ਪੁਰਾਣੇ ਪਾਠੀ ਜਿਹੜੇ ਹੁੰਦੇ ਸਨ
बड़ी बाणी कंठ पाठ करते रहना, बाणी याद हो जाती सुनने। कहते उन्होंने 3 बार उन्हें अपनी जिंदगी में 3 बार अखंड पाठ जोड़े ने वो जुबानी किए हैं भाई नारायण सिंह जी ने। कहते जब भाई महाराजा हीरा सिंह कह लगे कि मैं सुनिया कि तुहानू बाणी बड़ी कंठ है तो मैनू भी एक बार अखंड पाठ सुनाओगे पूरा? कह लगे सुनावांगा पर शर्त ये तुहानू बैठ के सुनना पवेगा। जे मैं लगातार चौकड़ा मार के सुनावांगा तो तुहानू भी बैठ के सुनना पवेगा। कह लगे ठीक है। भाई नारायण सिंह जी ने पाठ लगातार 3 दिन लगातार पाठ चलता रहा। 3 दिन बैठ के लगातार सुनते रहे चौकड़ा मार के। जो समाप्ति हुई तो महाराजा हीरा सिंह जी बड़े प्रसन्न हुए तो कह लगे भाई नारायण सिंह जी मंगो की मंगते हो? तुसीं प्रसन्न करता बाणी सुना के, जिस लय दे विच जिस तरीके ने पाठ सुनाया तो सुने ही नहीं सी मैं। हुण साडे वर्गा बंदा हुंदा की कहंदा जी मेरे पुत्तर दी नौकरी ला दिओ, मैनूं कोई जमीन जायदाद कोठी दे दिओ। भाई नारायण सिंह जी कह लगे गुरबाणी का कोई मुल नहीं है, तुसीं बैठ के पाठ सुनिया मेरे वास्ते यही भेटा आ गई। उस वेले भाई महाराजा हरि सिंह कह लगे ठीक है, फिर मेरी बेनती है कि आई तुसी अपने घर जरा ना मेरी पालकी जी सोने की पालकी मैं बैठ के सफ़र करता हूँ, उस पालकी बैठ के जाओ, ये बेनती प्रवान करो। कह लगे ठीक है। भाई नारायण सिंह जी पालकी च बैठे हैं तो जो पालकी नगर में पुजी ना तो जो सामने लोग ने वो नमस्कार करते हैं, अगे पढ़ते लगे हुए सन। तो नारायण सिंह सोचते हैं कि शायद इन्हों ये लगता है कि अंदर महाराजा हीरा सिंह बैठे ने, ये तां नमस्कार करते हैं। उन्हें पढ़ते अपने साइड कर दिए फिर मैनू वेखण अंदर कि मैं बैठा होया, हीरा सिंह ने बैठे हुए। फिर भी लोग नमस्कार करें। जो पालकी रोकी गई ना उतरे थले तो वेख्या कि जोड़े 4 जणिया ने वो पालकी चुकी हुई सी, उन्होंने विचों एक पालके जोड़ा वो डंडा पकड़िया होया वो महाराजा हीरा सिंह ने। महाराजा हीरा सिंह जी वो पालकी चुके जा रहे हैं। ये सत्कार है बाणी का। अज असीं जो दरबार से जाते हैं साध संगत तो कई बार शौक होता भी सवेरे सवेरे असीं जो प्रकाश होंदा तो उस वेले जो महाराज का प्रकाश अकाल तख्त साहिब हरमंदर साहिब आउंदा है, असीं भी पालकी नूं मोढा दईए। ठीक है, सत्कार है, साडा प्यार है। पर जो अपने गुरुद्वारा से प्रकाश ने उत्थे कित्थे हुंदे आ, सुत्ते हुंदे आ घरे असीं। उदों इकल्ला ग्रंथ सिंह ही हुंदा बेचारा, एक अद सेवादार हुंदा। जदों असीं किते नगर कीर्तन करते हैं तो फिर रस्सियां फड़ फड़ के खिंची जाने आगे 5 प्यारे होंदे ने, फुੱਲ सुटे जाते हैं, पानी सुटते हैं, चौर करते हैं, सब कुछ होंदा है तो महाराज उही ने ना। इसका मतलब असीं साडे नाल विखावा हो गया, साडे असीं विखावाकारी बन गए। चंगा तो यह कि जो नगर में साढ़े 40 50 60 घर ने तो ड्यूटी लगे। आप कई गुरुद्वारा साहब जाते हैं, प्रबंधक ने उन्होंने अपने अपने इलाके में सवेरे लैटर दे देंगे ने अपने संगत में सवेरे तुसीं इन्ने बजे पर गुरुद्वारे आना है, नितनेम करना है। जे 50 घर ने तो 5 बजे ड्यूटी, 10 दिन बाद ड्यूटी लगती है कितने ने, वो 5 जने आउंदे भी ने, नितनेम भी करते हैं। कितना चंगा होवे भी सिर्फ असीं भोग ना उडीकी गुरुद्वारे भोग पैना फिर गुरुद्वारे जाइए। सतगुरु कहने लगे ने कवन उपमा देओ कोई ना जाने कोई ना माने से प्रगट हर द्वारे। जिसनों कोई नहीं जानता, कोई सम्मान नहीं करता जिसका, पर जो वो तुहाडे बचनां अनुसार तुरदा है ना उन्होंने संसार पूरा जानता है। कवन उपमा देओ कवन वडाई नानक खिन खिन बारे। कहने मैं किस नाल तुहाडी उपमा करा। हुण कई बार कहते हैं महाराज गुरु ग्रंथ साहिब जी ने वेदां दा सार है, फलाने ग्रंथां वर्गे नहीं। गुरु ग्रंथ साहिब वर्गा होर संसारी कोई ग्रंथ नहीं। एक सारता की गल कोई नहीं करता है। मिस परलस बक ने गल कही सी कि जेकर दुनिया के अंदर हर बंदा ना गुरु ग्रंथ साहिब महाराज की बाणी से तुरना शुरू कर दे तो सानू ये बॉर्डर हटाने पैणगे। बॉर्डर की लोड़ ही नहीं, दुश्मनी रहनी नहीं। ये बॉर्डर इस करके बनाए ने भी आ दूजे देश का मेरा फलाना धर्म मेरा धर्म। जे बाणी से तुरांगे तो बाणी सत्य की गल ना को मेरा दुश्मन रहे या नाम किसके बैराई, ना को बैरी नहीं बेगाना सगल संग हमको बने। जो ये विचार साढ़े अंदर है फिर प्रकाश पर बनाने सफल नहीं।
ਤੇ ਸਹਿਬਨੇ ਵੇ ਉਪਮਾ ਕਿਹਦੇ ਨਾਲ ਤੁਹਾਡੀ ਕਰਾਂ, ਕਿਹੜੀ ਕਿਹੜੀ ਤੁਹਾਡੀ ਸਿਫਤਾਂ ਕਰਾਂ। ਬਸ ਇੱਕ ਕੰਮ ਕਰਦਾ ਨਾਨਕ ਖਿੰਨ ਖਿੰਨ ਵਾਰੇ ਬਾਰ ਬਾਰ ਤੁਹਾਡੇ ਤੋਂ ਸਤਿਕਾਰ ਬਲਹਾਰ ਜਾ ਸਕਦਾ, ਕੁਰਬਾਨ ਜਾਂਦਾ। ਫਿਰ ਤੁਹਾਡੇ ਵੀ ਇਤਨੇ ਗੁਣ ਨੇ ਕਿ ਮੈਂ ਸਿਰ ਤੁਹਾਡੇ ਬਲਹਾਰ ਜਾਂਦਾ। ਸਤਿਗੁਰ ਕਿਰਪਾ ਕਰਨ ਅਸੀਂ ਵੀ ਸੁਬਾਨ ਨੂੰ ਸਿਰ ਮਾਲਿਆਂ ਵਿੱਚ ਨਾ ਟਕੀਏ, ਬਲਕਿ ਸੁਬਾਨ ਨੂੰ ਪੜ੍ਹੀਏ। ਰੋਜ਼ ਪੜ੍ਹਦੇ ਨਾ ਮੁੰਦਾਵਣੇ ਵਿੱਚ ਕਿ ਥਾਲ ਵੀ ਤਿੰਨ ਵਸਤੂ ਪਈਓ, सत संतोख विचारो, अमृत नाम ठाकुर का पयो, जिसका सब सुधारो। जे को खावै जे को पुंचै, तिसका होय उधारो। ये वस्त तजे न जाई, नित नित ठाकुर धारो। तम संसार चरण लग तरीय। पढ़ते हैं ना कि संसार में अज्ञानता हनेरा तो तरेगा कौन? जिहड़ा चरना जुड़ जाएगा, जिहड़ा बाणी पढ़ेगा। जे को खावै जे को पुंचै, ਜਿਹੜਾ ਇਸ ਬਾਣੀ ਨੂੰ ਪੜ੍ਹੇਗਾ, ਵਿਚਾਰੇਗਾ, ਜ਼ਿੰਦਗੀ ਅਮਲ ਕਰੇਗਾ, ਉਧਾਰ ਉਸੇ ਦਾ ਹੋਣਾ। ਸੋ ਆਓ ਅਸੀਂ ਵੀ ਗੁਰਬਾਣੀ ਨੂੰ ਸਰਬੰਸ ਜੀਵਨ ਬਣਾ ਲਈਏ। ਜੋ ਸਾਡੇ ਵਿੱਚ ਔਗਣ ਨੇ ਉਹ ਤਿਆਗ ਕੇ ਗੁਰਮਤਿ ਅਨੁਸਾਰ ਜੀਵਨ ਜੀਵੀਏ, ਤਾਂ ਕਿ ਸਾਡਾ ਵੀ ਸੰਸਾਰ ਚਾਉਣਾ ਸਫਲ ਹੋ ਜਾਏ। ਇਤਨੇ ਵਿਚਾਰ ਪ੍ਰਵਾਨ ਕਰਨੇ, ਵਿਚਾਰ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਕੋ ਦੋਨੋਂ ਬਖਸ਼ਣਯੋਗ ਹੈ। ਫਤਿਹ ਪ੍ਰਵਾਨੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।